ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 25ਵਾਂ ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ। ਬਹੁ ਭਈ ਕੀਆ ਦੇਈ ਦੁਖ ਦੀਆ, ਸੋਹ ਬੇਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੇ ਅਹਨਿਸ ਕਹਿਰੇ, ਮੂਨ ਵਿਗੂਤਾ ਕਿਉ ਜਾਗੇ ਗੁਰਬਿਨ ਸੂਤਾ। ਪੱਗੋਂ ਉਪਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸਾਈ ਪਾਈ। ਮੂਰਖੰਦੇ ਪਤ ਗਵਾਈ, ਬਿਨ ਨਾਵੇਂ ਕਿਛ ਥਾਏ ਨ ਪਾਈ। ਰਹੇ ਬੇਵਾਣੀ ਮੜੀ ਮਸਾਣੀ, ਅੰਧ ਨ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ ਹਉਮੈ ਸ਼ਬਦ ਜਲਾਏ। ਸਤਿਗੁਰਾਂ ਨੇ ਪਿੱਛੇ ਵੀ ਆਪਾਂ ਨੂੰ ਸਮਝਾਇਆ, ਪੜ੍ਹ ਪੜ੍ਹ ਗੱਡੀ ਲੱਦੀਏ। ਉਦੋਂ ਪਿਛਲੇ ਸਲੋਕ 'ਚ ਵੀ ਸਮਝਾਇਆ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਅਸੀਂ ਆਪ ਹੀ ਸਾਰਾ ਕੁਛ ਜਿਹੜਾ ਪ੍ਰਵਾਨ ਕਰੀ ਬੈਠੇ ਹਾਂ, ਉਹੀ ਕਾਲ ਦਾ ਜਾਲ ਹੈ ਬਹੁਤ ਵੱਡਾ। ਉਦੋਂ ਪਿੱਛੇ ਵੀ ਆਪਾਂ ਵਿਚਾਰਿਆ, ਪੁਰਖਾਂ ਵਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾ। ਤੀਰਥਾਂ ਦੇ ਉੱਪਰ ਧਾਰਮਿਕ ਸਥਾਨਾਂ 'ਤੇ ਧਰਮ ਦੇ ਗਿਆਤਾ ਆਪਣੀ ਆਪਣੀ ਮਤ ਅਨੁਸਾਰ ਮੇਘ ਜਿਹੜੇ ਬਣੇ ਬੈਠੇ ਨੇ, ਇਹ ਸਾਰੀ ਮਾਨਵ ਸੋਚ ਹੈ। ਇਹ ਸਾਰੀ ਫਾਸਣ ਕੀ ਵਿਦ ਹੈ। ਫਾਸਣ ਕੀ ਵਿਦ ਸਭ ਕੋ ਜਾਣੇ। ਉਹਦੇ ਬਾਰੇ ਤਾਂ ਆਪਾਂ ਕੀ ਵਿਚਾਰਨਾ, ਸਤਿਗੁਰਾਂ ਨੇ ਆਪਾਂ ਨੂੰ ਨਕਸ਼ਾ ਦਿਖਾਇਆ ਹੀ ਹੈ ਭਾਈ। ਛੂਟਣ ਕੀ ਇੱਕ ਕੋਈ, ਉਹ ਤਾਂ ਫਿਰ ਗੁਰਮਤਿ ਹੈ ਭਾਈ, ਇਹੀ ਵਿਧੀ ਹੈ। ਖੂਹ ਚੋਂ ਬਾਹਰ ਉਹੀ ਕੱਢ ਸਕਦਾ ਜਿਹੜਾ ਖੂਹ 'ਤੇ ਬਾਹਰ ਬੈਠਾ ਹੋਵੇ, ਖੂਹ ਦੇ ਉੱਪਰ ਖੜਾ ਹੋਵੇ। ਸੰਸਾਰ 'ਚੋਂ ਆਪਾਂ ਨੂੰ ਉਹੀ ਬਾਹਰ ਕੱਢ ਸਕਦਾ ਜੋ ਸੰਸਾਰ ਤੋਂ ਪਰੇ ਹੋਵੇ। ਗੁਰੂ ਭਗਤ ਸਾਹਿਬਾਨਾਂ ਦਾ ਇਹ ਭਗਤ ਮਾਰਗ ਬਾਣੀ ਸਾਨੂੰ ਅੰਤ ਕੂਪ ਮੈਂ ਪਤਿਤ ਵਿਕਰਾਲ, ਨਾਨਕ ਕਾਢ ਲਿਹੁ ਪ੍ਰਭ ਦਿਆਲ। ਪਤਿਤ ਹੋ ਗਿਆ ਜੀਵ, ਆਪਦੇ ਮੂਲ ਨੂੰ ਟੁੱਟ ਕੇ ਇਹ ਹਨੇਰੇ ਦੇ ਖੂਹ ਵਿੱਚ ਆ ਗਿਆ। ਸੁਖਮਨੀ ਸਾਹਿਬ ਸਤਿਗੁਰ ਸਮਝਾਉਂਦੇ ਨੇ, ਅੰਧਕੂਪ ਹਨੇਰੇ ਦਾ ਖੂਹ। ਪਤਿਤ ਹੋ ਗਿਆ ਜੀਵ, ਅਸੀਂ ਆਪਦੇ ਮੂਲ ਨੂੰ ਟੁੱਟ ਗਏ। ਕਿਹਦੇ ਨਾਲ ਜੁੜ ਗਏ? ਵਿਕਰਾਲ ਤੋਂ ਭਾਵ ਵਿਕਾਰਾਂ ਨਾਲ ਜੁੜ ਗਏ। ਅੰਧਕੂਪ ਮੈਂ ਪਤਿਤ ਵਿਕਰਾਲ, ਜੀਵ ਡਿੱਗਿਆ ਹੋਇਆ, ਵਿਕਾਰਾਂ 'ਚ ਫਸਿਆ ਹੋਇਆ ਵਾ। ਨਾਨਕ ਕਾਢ ਲਿਹੁ ਪ੍ਰਭ ਦਿਆਲ, ਇਹ ਦਿਆਲੂ ਤੂੰ ਕਿਰਪਾ ਕਰਕੇ ਰਹਿਮਤ ਕਰ, ਇਹ ਜੀਵ ਨੂੰ ਕੱਢ। ਕਿਹਨੂੰ ਕੱਢਾਂਗੇ ਆਪਾਂ ਭਾਈ? ਜਿਹੜਾ ਬਾਹਰ ਨਿਕਲਣਾ ਚਾਹੁੰਦਾ, ਜਿਸ ਭਾਵੈ ਤਿਸ ਖੇਲ ਖਿਲਾਵੇ। ਜਿਹਨੂੰ ਇਹ ਚੰਗਾ ਲੱਗਦਾ ਫਿਰ ਖੇਲ ਖੇਲਦਾ, ਉਹ ਖੇਲੀ ਜਾਵੇ। ਲੋਕ ਵੀ ਉਹਦਾ ਪਰਲੋਕ ਵੀ ਉਹਦਾ। ਜਿਸ ਭਾਵੇ, ਜਿਹਨੂੰ ਬਾਣੀ ਭਾ ਜਾਵੇ, ਉਹਦਾ ਹੁਕਮ ਚੰਗਾ ਲੱਗ ਜਾਵੇ, ਉਹਦੇ ਨਾਲ ਮਿਲ ਜਾਂਦੇ ਨੇ। ਇਹ ਦੋ ਹੀ ਪੱਖ ਆਪਾਂ ਨੂੰ ਸਤਿਗੁਰ ਸਮਝਾਉਂਦੇ ਆ। ਸਾਰੀ ਬਾਣੀ ਦਾ ਇੱਕ ਹੀ ਟਾਰਗੇਟ ਹੈ, ਮਾਇਆ 'ਚੋਂ ਬਾਹਰ ਕੱਢ ਕੇ ਜੀਵ ਨੂੰ ਸੁਖ ਸਾਗਰ 'ਚ ਪ੍ਰਵੇਸ਼ ਕਰ ਦੇਣਾ। ਹੁਣ ਅਸੀਂ ਇੰਨੇ ਅਗਿਆਨੀ ਹੈ ਜਿਹੜੇ ਇਸ ਧਰਮ ਕਰਮ ਜਿੰਨੇ ਵੀ ਕਰਦੇ ਹਾਂ, ਹੱਠ ਯੋਗ ਤਪ ਯੋਗ ਸਹੁਰੇ ਸਰੀਰ ਕਰਕੇ, ਪਿਛਲੀਆਂ ਮੱਤਾਂ ਜੋ ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਇਆ ਵੀ ਇਹ ਕੰਮ ਨਹੀਂ ਕਰਨੇ, ਅਸੀਂ ਉਹੀ ਫਿਰ ਕਰੀ ਜਾਂਦੇ ਹਾਂ। ਅਸੀਂ ਵੀ ਤਾਂ ਉਹੀ ਪੜ੍ਹ ਪੜ੍ਹ ਗੱਡੀ ਲੱਤੀਏ ਕਰੀ ਜਾਂਦੇ ਹਾਂ। ਫਿਰ ਉਹ 'ਚੋਂ ਕੀ ਪ੍ਰਾਪਤੀ ਹੋਣੀ? ਹੁਣ ਇਸ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਆਪਾਂ ਨੂੰ ਇਹ ਤਾਂ ਚਾਨਣ ਪਾਉਣਾ ਵਾ। ਇਹ ਚਾਨਣ ਕਿਹਨਾਂ ਨੂੰ ਪਊਗਾ? ਜਿਹੜੇ ਭਾਈ ਸੁਣਨਗੇ, ਵਿਚਾਰਨਗੇ। ਫਿਰ ਹੀ ਆਪਾਂ ਕਿਸੇ ਬੁਰਾਈ ਨੂੰ ਛੱਡਾਂਗੇ। ਜਦੋਂ ਸਾਨੂੰ ਗਲਤੀਆਂ ਦਾ ਅਹਿਸਾਸ ਹੋ ਜਾਂਦਾ, ਅਹਿਸਾਸ ਤੋਂ ਭਾਵ ਗਿਆਨ ਹੁੰਦਾ ਹੈ ਸਾਨੂੰ ਕਿਸੇ ਗਲਤੀ ਦਾ, ਬੁਰਾਈਆਂ ਦਾ, ਫਿਰ ਹੀ ਅਸੀਂ ਉਹਦਾ ਤਿਆਗ ਕਰਦੇ ਹਾਂ। ਇਵੇਂ ਗੁਰਸ਼ਬਦ ਦੇ ਗਿਆਨ ਤੋਂ ਸਾਨੂੰ ਫਿਰ ਸਾਡੀ ਜਿਹੜੀਆਂ ਗਲਤੀਆਂ ਨੇ, ਸਾਡੀਆਂ ਕਮੀਆਂ ਨੇ, ਉਹਦਾ ਅਹਿਸਾਸ ਹੋ ਜਾਂਦਾ ਹੈ। ਸਾਡੇ ਜੀਵਨ ਦਾ ਬਦਲਾਅ ਸ਼ੁਰੂ ਹੋ ਜਾਂਦਾ ਹੈ। ਜਿਵੇਂ ਆਪਾਂ ਲਾਭ ਲੈ ਲਈਏ, ਲਾਭ ਹੁੰਦਾ ਜੁੜਨਾ। ਪਹਿਲੜੀ ਲਾਮ ਪ੍ਰਵਿਰਤ ਮਾਰਗ ਦ੍ਰਿੜਾਇਆ ਬਲਰਾਮ ਜੀਓ। ਜਦੋਂ ਸ਼ੁਰੂਆਤ ਦੇ ਵਿੱਚ ਸਾਡੇ 'ਤੇ ਕਿਰਪਾ ਰਹਿਮਤ ਹੁੰਦੀ ਹੈ ਕੁਦਰਤ ਦੀ, ਅਸੀਂ ਸੰਸਾਰੀ ਮੱਤਾਂ ਨੂੰ ਸਾਰੀਆਂ ਨੂੰ ਤਿਆਗ ਕੇ ਜਦੋਂ ਬਾਣੀ ਨੂੰ ਵਿਚਾਰਨ ਸੁਣਨ ਲੱਗਦੇ ਹਾਂ,
ਉਹ ਉਹਦੀ ਰਹਿਮਤ ਸਦਕਾ ਹੀ ਲੱਗਦੀਆਂ ਸੀ। ਵਰਨਾ ਸਾਡੀ ਬੁੱਧ ਬੁੱਲ ਦਾ ਵਿਸ਼ਾ ਨਹੀਂ ਹੈਗਾ ਇਹ। ਸਾਡੀ ਬੁੱਧ ਬਲ ਨੂੰ ਇਹ ਸਮਝ ਆ ਜਾਵੇ ਵੀ ਗੁਰਬਾਣੀ ਕੀ ਕਹਿ ਰਹੀ ਹੈ। ਅਸੀਂ ਤਾਂ ਸੰਸਾਰੀ ਜੀਵਾਂ, ਸੰਸਾਰ ਨਹੀਂ ਇਹਨੂੰ ਜੋੜੀ ਜਾਂਦੇ, ਸੰਸਾਰੀ ਇਹਦੇ ਅਰਥ ਕਰੀ ਜਾਂਦੇ। ਉਹ ਸੰਸਾਰੀ ਅਰਥ ਤਾਂ ਭਾਈ ਉਹ ਨਿਰਾਕਾਰ ਦੁਨੀਆ ਨੂੰ ਸਮਝਣ ਖਾਤਰ ਹੈ। ਉਹੀ ਤਾਂ ਆਪਾਂ ਨੂੰ ਸਤਿਗੁਰੂ ਸਮਝਾ ਰਹੇ ਨੇ। ਜਿੰਨੇ ਸ਼ਲੋਕ ਪਿੱਛੇ ਆਪਾਂ ਵਿਚਾਰੇ ਨੇ ਉਹ ਸਾਰੀਆਂ ਹਟ ਯੋਗ, ਤਪ ਯੋਗ, ਭਗਤੀਆਂ। ਉਹ ਚੋਂ ਕੀ ਪੈਦਾ ਹੋਣਾ ਸੀ? ਹੰਕਾਰ ਪੈਦਾ ਹੋਣਾ ਸੀ। ਅਨਕ ਤਪੱਸਿਆ ਕਰੇ ਹੰਕਾਰ। ਗਿਆਨ ਤਾਂ ਪੈਦਾ ਨਹੀਂ ਹੁੰਦਾ। ਇੱਥੋਂ ਆਪਾਂ ਨੂੰ ਸ਼ੁਰੂਆਤ 'ਚ ਗਿਆਨ ਪੈਦਾ ਹੁੰਦਾ। ਦਇਆ ਮਇਆ ਕਰ ਪ੍ਰਾਣ ਪਤ ਪਿਆਰੇ, ਮੋਹਿਆ ਨਾਥ ਤੁਮਰੀ ਸ਼ਰਨ ਆਈ। ਉਹਦੀ ਸ਼ਰਨ ਜਾਣਾ ਹੈ ਭਾਈ, ਫੇਰ ਹੀ ਪ੍ਰਾਪਤੀ ਹੋਊਗੀ। ਆਪਾਂ ਤਾਂ ਆਪਣੀ ਮੱਤ ਨੂੰ ਹੀ ਵੱਡਾ ਸਮਝੀ ਬੈਠੇ ਹਾਂ। ਜਿੰਨੀਆਂ ਮਰਿਆਦਾ ਧਰਮ ਦੇ ਸਾਰੇ ਲੋਕ ਇਹਦੇ ਚੱਲਦੇ ਨੇ, ਕੁਛ ਨਹੀਂ ਪ੍ਰਾਪਤੀ ਹੋਣੀ ਭਾਈ। ਅੱਗੇ ਆ ਜਾਣਾ ਮੂਰਖਨ ਦੇ ਅੰਨਾ ਮਨ ਗਿਆਨੀ ਬਣਿਆ ਬੈਠਾ ਹੈ। ਨਾਉ ਅੰਦਾ, ਨਾਉ ਸਜਾਣ ਰੱਖਿਆ, ਮਨ ਅੰਨਾ ਹੈ। ਫਿਰ ਕਿਵੇਂ ਪ੍ਰਾਪਤੀ ਹੋਊਗੀ ਆਪਾਂ ਨੂੰ? ਬਾਣੀ ਆਪਾਂ ਨੂੰ ਦੋ ਹੀ ਪੱਖ ਸਮਝਾਉਂਦੀ ਹੈ। ਦੁੱਖ ਸਾਗਰ ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦੀ ਹੈ। ਸੁੱਖ ਸਾਗਰ ਅਸੀਂ ਤਾਂ ਜਾਵਾਂਗੇ, ਸੁੱਖ ਸਾਗਰ ਦਾ ਕਹਿ ਲਈਏ ਜੀਵ ਹੈ। ਜਿਵੇਂ ਉਹ ਕਹਾਣੀਆਂ ਸੁਣਾਉਂਦੇ ਵੀ ਉੱਪਰੋਂ ਆ ਗਏ, ਉਹ ਇਹੀ ਆਇਆ ਹੋਇਆ ਭਾਈ। ਕਾਹਨੂੰ ਆਏ? ਕਹਾਣੀਆਂ ਨੇ ਤਾਂ ਸੰਸਾਰ ਗਾਵੇ ਰਾਜੇ ਰਾਣੀਆਂ, ਬੋਲੇ ਆਲ ਪਤਾਲ ਦੀਆਂ ਗੱਲਾਂ ਕਰੀ ਜਾਂਦੇ ਆ। ਮੀਰਾ ਸਤਾਰ ਵਜਾਉਂਦੀ ਸੀ, ਕਹਿੰਦੇ ਜਾਨਵਰ ਇੰਨੇ ਮੈਲ ਕੇ ਉੱਪਰ ਡਿੱਗ ਪਿਆ। ਇਹੀ ਮੀਰਾ ਬਾਣੀ ਹੈ। ਮਨ ਉੱਡਿਆ ਫਿਰਦਾ ਕਬੀਰ, ਮਨ ਪੰਖੀ ਪਿਓ ਦਹਿ ਦੇ ਸੁੱਟ ਜਾਏ। ਸਮਝਾਂਗੇ ਫੇਰ ਹੀ ਪਤਾ ਲੱਗੂ। ਉਹੀ ਸਤਿਗੁਰੂ ਸਮਝਾਉਂਦੇ ਨੇ ਵੀ ਜੇ ਤੁਸੀਂ ਇਹ ਆਪਦੀ ਮਤ ਦਾ ਤਿਆਗ ਨਹੀਂ ਕਰਦੇ, ਗੁਰਮਤ 'ਤੇ ਨਹੀਂ ਚੱਲਦੇ, ਫਿਰ ਕੋਈ ਪ੍ਰਾਪਤੀ ਨਹੀਂ ਹੈਗੀ। ਫੋਕਟ ਧਰਮ ਕਿਛ ਫਲ ਨਾ, ਫਲ ਨਹੀਂ ਹੈਗਾ ਇੱਥੇ। ਇੱਥੇ ਫਲ ਹੈ। ਫਲ ਕੀ ਹੈ? ਗਿਆਨ। ਧਰਮ ਫੁੱਲ, ਫਲ ਗਿਆਨ। ਸਰੀਰ ਤੋਂ ਆਪਾਂ ਉੱਪਰ ਉੱਠਣਾ ਵਾ। ਸਰੀਰ ਦਾ, ਆਪਣੀ ਮਤ ਦਾ ਤਿਆਗ ਕਰਕੇ ਸਰੀਰ 'ਚ ਰਹਿੰਦਿਆਂ ਆਪਾਂ ਦੇਵਲੋਕ ਪਹੁੰਚਣਾ ਵਾ। ਜਿਨੀ ਨਾਮ ਧਿਆਇਆ ਗਈ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਨੂੰ ਕਿੰਨੇ ਹੀ ਹੋਰ ਨਿਕਲ ਜਾਂਦੇ ਨੇ ਗੁਰਸਿੱਖਾਂ ਨਾਲ। ਜੇ ਆਪਾਂ ਆਹੀ ਕੰਮ ਫੜੀ ਰੱਖਿਆ, ਪੜ ਗੱਡੀ ਲੱਦੀਏ, ਉਹ ਤਾਂ ਫਿਰ ਆਪਾਂ ਦੇਖ ਹੀ ਰਹੇ ਹਾਂ। ਪਿੰਡਾਂ ਦੇ ਵਿੱਚ ਧਾਰਮਿਕ ਸਮਾਗਮਾਂ ਦੇ ਵਿੱਚ ਕੀ ਲੋਕ ਗੱਲਾਂ ਕਰਦੇ ਨੇ। ਫਿਰ ਕਿਉਂ ਕਰਦੇ ਨੇ? ਕਾਹਤੇ ਕਰਦੇ ਨੇ? ਸੱਚ ਹੈ ਉਹ ਭਾਈ, ਕਿਉਂਕਿ ਇਹਦੇ ਨਾਲ ਪ੍ਰਾਪਤੀ ਹੀ ਨਹੀਂ ਹੈਗੀ। ਜੋ ਪਿੱਛੇ ਸਾਨੂੰ ਵਰਜਿਆ ਸੀ, ਅਸੀਂ ਉਹੀ ਕੰਮ ਕਰੀ ਜਾਂਦੇ ਹਾਂ। ਹਉ ਵਿੱਚ ਆਇਆ ਸੀਗਾ ਹਉਮੈ ਛੱਡਣ, ਫਿਰ ਚਲਿਆ ਗਿਆ। ਹਉ ਵਿੱਚ ਗਿਆ, ਚਲਿਆ ਗਿਆ। ਉਹੀ ਗੱਲ ਹੈ ਭਾਈ। ਇਹ ਹਉਮੈ ਇਹ ਜਾਤ ਹੈ, ਆਜ਼ਾਦ ਸਰੀਰ। ਇਹ ਤੋਂ ਮੁਕਤੀ ਲੈਣੀ ਸੀ, ਅਜੂਨੀ ਹੋਣਾ ਸੀ। ਅਜੂਨੀ 'ਚੋਂ ਨਿਕਲ ਕੇ ਨਹੀਂ, ਫਿਰ ਗਿਆ। ਹਉ ਵਿੱਚ ਦਿੱਤਾ, ਹੰਕਾਰ 'ਚ ਦਿੱਤਾ, ਹੰਕਾਰ ਚੱਲਿਆ। ਜੇ ਆਪਾਂ ਆਪਣੀ ਮਤ ਨਾ ਤਿਆਗੀ, ਮਨ ਕੇ ਤਿਆਗੀ ਮਤੜੀ, ਸੰਗ ਗੋਪਾਲੇ ਜਾਣ ਰਹੀ। ਮਨ ਕੀ ਮਤ ਤਿਆਗ ਕਰਨੀ ਹੈ। ਆਪਣੀ ਮਤ ਦਾ ਕਿਵੇਂ ਤਿਆਗ ਹੋਊਗਾ? ਗੁਰ ਕੀ ਮਤ ਕਿਵੇਂ ਆਊਗੀ? ਜਦੋਂ ਅਸੀਂ ਵਿਚਾਰਦੇ ਰਹਿੰਦੇ ਹਾਂ ਗੁਰਬਾਣੀ ਨੂੰ, ਦੇ ਗੁਣਾਂ ਨੂੰ, ਸਾਡਾ ਜਿਹੜਾ ਹੈਗਾ ਹੰਕਾਰ ਖਤਮ ਹੋ ਜਾਂਦਾ। ਸਾਨੂੰ ਪਤਾ ਹੀ ਨਹੀਂ ਲੱਗਦਾ। ਫਿਰ ਹੁਕਮ ਬੁਝਦਾ ਹੈ। ਹਉਮੈ ਬੂਝੇ, ਇੱਛਾ ਜਾਊਗੀ, ਫੇਰ ਹੀ ਹੁਕਮ ਦਾ ਪਤਾ ਲੱਗੂਗਾ। ਪਰ ਅਸੀਂ ਤਾਂ ਜਾਣੇ ਇੱਛਾ ਲੈ ਕੇ ਆ। ਇੱਛਾ ਲੈ ਕੇ ਜਾਵਾਂਗੇ ਭਾਈ, ਫਿਰ ਜੰਮਣ ਮਾਰ ਸਿਰ 'ਤੇ ਖੜਾ ਵਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ। ਹੁਣ ਉਹ ਚੱਲਦਾ ਹੀ ਹੈ, ਚੱਲਦਾ ਰਹੂਗਾ। ਇੱਥੇ ਸਤਿਗੁਰੂ ਆਪਾਂ ਨੂੰ ਕੀ ਸਮਝਾਉਂਦੇ ਆ? ਹੁਣ ਆਪਾਂ ਇਹਦੀ ਵਿਚਾਰ ਸ਼ੁਰੂ ਕਰੀਏ। ਲਿਖ ਪੜ੍ਹਿਆ ਤੇਤਾ ਕੜਿਆ, ਫਿਰ ਵੀ ਨਹੀਂ ਅਸੀਂ ਹਟਦੇ। ਪੜ੍ਹਨ ਦੀ ਵਿਧੀ ਨਹੀਂ ਹੈਗੀ ਭਾਈ, ਇਹ ਸੁਣਨ ਦੀ ਵਿਧੀ ਹੈ। ਵਿਚਾਰ ਦੀ, ਧਰਮ ਵਿਚਾਰ ਦਾ ਵਿਸ਼ਾ ਹੁੰਦਾ ਹੈ। ਕੜਿਆ, ਭਾਂਡੇ 'ਚ ਕੋਈ ਚੀਜ਼ ਕੜੀ ਜਾਵੇ, ਦੁੱਧ ਹੋਵੇ, ਪਾਣੀ ਹੋਵੇ, ਫਿਰ ਕੀ ਹਾਲ ਹੁੰਦਾ ਭਾਂਡੇ ਦਾ? ਇਵੇਂ ਮਨ ਦਾ ਸੁਭਾਅ ਵਿਗੜਦਾ ਵਾ। ਸਤਿਗੁਰ ਸਮਝਾਉਂਦੇ ਨੇ। ਜਪਜੀ ਸਾਹਿਬ ਆਪਾਂ ਨੂੰ ਸਮਝਾਇਆ, ਸੋਚੇ ਸੋਚ ਨਾ ਹੋਵੀ। ਸੋਚਣ ਤੋਂ ਕੀ ਪੈਦਾ ਹੁੰਦੇ? ਚਿੰਤਾ ਪੈਦਾ ਹੋ ਗਈਆਂ। ਜਿੰਨੇ ਧਰਮ ਕਰਮ ਕੀਤੇ ਆਪਦੀ ਮਤ ਨਾਲ, ਫਿਰ ਪ੍ਰਾਪਤੀ ਕੀ ਹੋਣੀ ਆ ਭਾਈ? ਪ੍ਰਾਪਤੀ ਹੋਣੀ ਆ ਆਪਾਂ ਨੂੰ ਗੁਰ ਕੀ ਸ਼ਬਦ ਨਾਲ। ਰਹਿ ਰਸ ਰੋਜ਼ ਪੜ੍ਹਦੇ ਹਾਂ, ਗਾ ਕੇ ਨਿਕਲ ਜਾਂਦੇ ਹਾਂ। ਔਧ ਕਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾਜ ਸਵਾਰੇ। ਗੁਰ ਕਾਜ ਤੋਂ ਭਾਵ ਗੁਰ ਸ਼ਬਦ ਨਾਲ ਮਿਲ ਕੇ ਇਹ ਆਤਮਾ ਦਾ ਕਾਜ ਸਿਰੇ ਚੜ੍ਹਨਾ। ਗੁਰ ਨਾਲ ਸਾਡਾ ਵਾਸਤਾ ਹੀ ਕੋਈ ਨਹੀਂ, ਗੁਰਬਾਣੀ ਨਾਲ ਸਾਡਾ ਵਾਸਤਾ ਹੀ ਕੋਈ ਨਹੀਂ। ਫਿਰ ਤਾਈਓ ਤਾਂ ਅਸੀਂ ਕਿਰਾਏ ਪਏ ਹਾਂ। ਗਤੀ ਸਰੀਰ ਦੀ ਕਰੀ ਜਾਂਦੇ ਹਾਂ, ਗਤੀ ਆਤਮਾ ਦੀ ਹੋਣੀ ਹੈ। ਉਹ ਆਤਮਾ ਦੇ ਫੁੱਲ ਹਰਿਦੁਆਰ ਪੈਣੇ ਨੇ। ਮਨ ਬੁੱਧੀ ਫੁੱਲ ਹੀ ਨੇ। ਇਹ ਕਹਿੰਦਾ ਤਾਂ ਹੈ ਕਬੀਰ ਭਗਤ ਜੀ, ਮੋਏ ਮਰਨੇ ਕਾ ਚਾਉ ਹੈ, ਮਰੂ ਤਾਂ ਹਰ ਕੇ ਦੁਆਰ। ਆਪ ਹੀ ਲੈ ਕੇ ਜਾਣੇ ਨੇ ਇਹ ਮਨ ਬੁੱਧੀ। ਇਹ ਫੁੱਲ ਨੇ, ਇਹ ਅਸ ਤਾਂ ਉੱਥੇ ਹੀ ਪਾਉਣੇ ਆ ਹਰਿਦੁਆਰ ਜਾ ਕੇ। ਇਹ ਆਪ ਹੀ ਪਾਉਣੇ ਪੈਣੇ ਆ। ਮੋਏ ਮਰਨੇ ਕਾ ਚਾਉ ਹੈ, ਮਰੂ ਤਾਂ ਹਰ ਕੇ
ਦੁਆਰ। ਚਾਅ ਹੁੰਦਾ ਕਿਸੇ ਨੂੰ ਮਰਨ ਦਾ, ਬਸ ਇਹਨੂੰ ਸਮਝਣਾ ਅਸੀਂ ਸਮਝੇ ਨਹੀਂ ਹੈਗੇ। ਸਮਝਾਂਗੇ ਤਾਂ ਜੇ ਗੁਰ ਕੀ ਮੱਤ ਲਵਾਂਗੇ। ਇਸ ਤਾਂ ਆਪ ਹੀ ਸਿਆਣੇ ਬਣ ਗਏ। ਗੁਰ ਕੀ ਮੱਤੂ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਜਿੰਨੇ ਸਿਆਣੇ ਤੁਸੀਂ ਸੰਸਾਰ 'ਚ ਦੇਖਦੇ ਹੋ ਸਾਰੇ ਕਾਲ ਦੇ ਬਸ ਨੇ। ਸਗਲ ਕਾਲ ਕਾ ਕੀਆ ਤਮਾਸਾ, ਚੌਪਈ ਸਭ ਸਤਿਗੁਰਾਂ ਦੇ ਬਚਨ। ਇੰਨਾ ਮਨ ਵਿਗੜ ਜਾਂਦਾ, ਇਹਦੇ ਹੰਕਾਰ ਪੈਦਾ ਹੋ ਜਾਂਦਾ। ਦੇਖ ਲਓ ਇੱਕ ਦੂਜੇ ਨਾਲ ਵਿਚਾਰ ਕਰਕੇ ਇਹਨਾਂ ਦਾ ਤੁਹਾਨੂੰ ਪਤਾ ਲੱਗਦਾ ਹੀ ਹੈ। ਰੋਜ਼ ਆਪਾਂ ਜਾਂਦੇ ਹਾਂ ਦੂਰ ਦੂਰ, ਗੁਰੂ ਘਰਾਂ 'ਚ ਵੀ ਜਾਂਦੇ ਹਾਂ, ਉਹਨਾਂ ਦੇ ਹੰਕਾਰ ਦਾ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ। ਗੁਰੂ ਦੇ ਬਰਾਬਰ ਬਹਿ ਕੇ ਕਿੱਡਾ ਹੰਕਾਰ ਆ ਉਹਨਾਂ ਦੇ, ਜਦ ਕਿ ਹੰਕਾਰ ਜਾਣਾ ਸੀ। ਗੁਰੂ ਘਰ ਜਾ ਕੇ ਸੇਵਾ ਕਰਕੇ ਨੀਵਾਂ ਹੋਣਾ ਸੀ, ਹੰਕਾਰ ਵੱਧ ਗਿਆ। ਲਿਖ ਲਿਖ ਪੜਿਆ ਤੇਤਾ ਘੜਿਆ, ਬਹੁਤ ਤੀਰਥ ਭਵਿਆ ਤੇ ਤੋ ਲਵਿਆ। ਤੀਰਥਾਂ ਦੇ ਘੁੰਮਦੇ ਰਹੇ, ਮਨ ਹੋਰ ਸ਼ੈਤਾਨ ਦਾ ਰੂਪ ਧਾਰ ਗਿਆ। ਪਿੱਛੇ ਆਪਾਂ ਆਇਆ ਸੀ ਤੱਟ ਤੀਰਥ, ਮੇਘੇ ਗਿਆਨ ਕਰਦੇ, ਨਵੇਂ ਨਵੇਂ ਗਿਆਨ ਲੈ ਕੇ ਮਨ ਹੋਰ ਸ਼ੈਤਾਨ ਬਣ ਜਾਂਦਾ ਵਾ। ਲੋਕਾਂ ਨੂੰ ਫਸਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਧਰਮ ਦੇ ਨਾਂ 'ਤੇ ਫਿਰ ਇਹ ਗੁੰਮਰਾਹ ਕਰਦਾ ਵਾ। ਫਿਰ ਇਹਨੂੰ ਸਜ਼ਾ ਮਿਲਦੀ ਹੈ। ਜੇ ਆਪਾਂ ਕਰਾਂਗੇ ਆਪਾਂ ਨੂੰ ਵੀ ਇਹ ਸਜ਼ਾ ਮਿਲੂਗੀ, ਪਰ ਆਪਾਂ ਨਹੀਂ ਇਹ ਕੰਮ ਕਰਨਾ। ਜਿਹਾ ਬੀਜੇ ਸੋ ਲਾਉਣੇ, ਫਿਰ ਵੱਢਣਾ ਪਊਗਾ ਭਾਈ। ਆਪਾਂ ਤਾਂ ਪਹਿਲਾਂ ਹੀ ਕਿੱਕਰਾਂ ਬੀਜੀ ਬੈਠੇ ਹਾਂ, ਕੰਡੇ ਕਲਪਨਾ ਬੀਜੀਆਂ, ਉਹ ਤਾਂ ਪੱਟਣੀਆਂ ਨੇ ਹਲੇ। ਪਰ ਆਸ ਅਸੀਂ ਕਰਦੇ ਹਾਂ ਮਿੱਠੇ ਪਦਾਰਥਾਂ ਦੀ। ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕੰਤਾਏ ਦਾ ਪੈਂਦਾ ਲੋੜੇ ਪੱਟ। ਜਿਹੜਾ ਬੀਜਾਂਗੇ ਫਿਰ ਉਹੀ ਮਿਲਣਾ ਭਾਈ, ਆਤਮਾ ਕਰਕੇ। ਜਿਹੜਾ ਬਾਹਰਲਾ ਉਹ ਸਰੀਰ ਦੀ ਖੁਰਾਕ ਹੈ, ਉਹਦੀ ਬਾਣੀ ਨਹੀਂ ਗੱਲ ਕਰਦੀ। ਉਹ ਤਾਂ ਸਾਰਿਆਂ ਨੂੰ ਹੀ ਦੇ ਰਿਹਾ ਭਾਈ। ਸਾਡੇ ਤ੍ਰੈ ਮਣ ਦੇ ਹੋਰੀ ਚੱਲੇ ਪਾਣੀ ਅੰਨ, ਤੁਸੀਂ ਨਹੀਂ ਖਾਣਾ ਨਾ ਖਾਓ। ਉਹਨੇ ਦਿੱਤਾ ਸਾਰਿਆਂ ਨੂੰ, ਗਰੀਬ ਵੀ ਖਾ ਸਕਦਾ ਹੈ। ਜਿਹੜੀ ਸਰੀਰ ਦੀ ਤਾਕਤ ਹੈ ਉਹ ਕੁਦਰਤ ਨੇ ਪਹਿਲਾਂ ਹੀ ਬਣਾ ਕੇ ਰੱਖੀ, ਜਿਹਦੇ ਸਰੀਰ ਚੱਲਦਾ ਵਾ। ਫਿਰ ਵੀ ਅਸੀਂ ਨਵੀਆਂ ਨਵੀਆਂ ਕੈਟੀਗਰੀਆਂ, ਨਵੇਂ ਨਵੇਂ ਧਰਮ ਕੱਢ ਲਏ। ਉਹ ਖਾਣ ਪੀਣ ਨੂੰ ਧਰਮ ਦੇ ਵਿੱਚ ਲੈ ਆਂਦਾ। ਜੋ ਵੀ ਕਰਮ ਧਰਮ ਕਰਦੇ ਉਹਨੂੰ ਧਰਮ 'ਚ ਲੈ ਆਂਦਾ। ਕੱਪੜੇ ਲਾ ਤੇ ਕਹਾਂ ਆ ਜਾਣਾ ਵਾ, ਵਸਤਰ ਲਾ ਤੇ ਉਹ ਵੀ ਧਰਮ 'ਚ ਲੈ ਆਂਦਾ। ਉਹੀ ਤਾਂ ਸਮਝਾ ਰਹੇ ਨੇ ਗੁਰੂ ਭਾਈ, ਮੂਰਖ ਮਨਾ ਸਮਝ ਲਾ। ਜਿਹੜੇ ਸਮਝ ਲੈਣਗੇ ਉਹ ਚਲੇ ਜਾਣਗੇ। ਉਹ ਕੌਮ ਵਾਂਗੂ ਸੁੰਨੇ ਕਰਕਾ ਪਾਉਣਾ ਕਲਪਨਾ ਕਰਦਾ ਵਾ, ਕਾਲ ਸਿਰ 'ਤੇ ਖੜਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬਹੁ ਭਈ ਕੀਆ ਦੇਹੀ ਦੁੱਖ ਦੀਆ। ਭੇਖ ਕਰਕੇ ਕੀ ਦੇਹਾਂ ਨੂੰ ਦੁੱਖ ਹੀ ਆ ਭਾਈ। ਫਿਰ ਅਸੀਂ ਧਰਮ 'ਚ ਪਰਿਵਰਤਨ ਕਰਦੇ ਰਹਿੰਦੇ ਹਾਂ। ਕੋਈ ਕਿਸੇ ਧਰਮ ਧਾਰ ਲੈਂਦਾ। ਧਰਮ ਨਹੀਂ ਹੁੰਦੇ, ਉਹ ਮਜ਼ਹਬ ਨੇ, ਇੱਕ ਦੂਜੇ ਨੂੰ ਲਾਲਚ ਦੇ ਕੇ ਫਸਾਉਂਦੇ ਨੇ। ਬਾਣੀ ਕਹਿੰਦੀ ਲੋਭੀ ਕਾ ਵਿਸਾਹ ਨਾ ਕੀਜੇ। ਉਹ ਮਨ ਲੋਭੀ ਹੈ। ਪਿੱਛੇ ਵੀ ਆਪਾਂ ਪੜ੍ਹਿਆ, ਗੁਰ ਕੀ ਮੱਤੂ ਲਿਹੋ ਆਣੇ, ਭਗਤੀ ਬਿਨਾ ਬੈ ਡੁੱਬੇ ਸਿਆਣੇ। ਗੁਰਬਾਣੀ ਤਾਂ ਕਹਿੰਦੀ ਡੁੱਬੇ ਹੋਏ ਨੇ, ਫਿਰ ਆਪਾਂ ਡੁੱਬਿਆ ਕਰਨੀ ਨੂੰ ਕਿਉਂ ਜਾਂਦੇ ਹਾਂ? ਲੋਭੀ ਹੈ, ਲਾਲਚੀ ਹੈ। ਲਾਲਚੀ ਮੱਛੀ ਫਸਦੀ ਹੈ, ਲਾਲਚੀ ਬਾਂਦਰ ਫਸਦਾ ਹੈ, ਲਾਲਚ ਦੇ ਵਿੱਚ ਹੀ ਤੋਤਾ ਫਸਦਾ ਹੈ। ਮੁਸ਼ਟ ਮੁੱਠੀ ਨਾਜ ਕੀ ਦੀਨੋਂ ਹੱਥ ਪਸਾਰ। ਬਾਂਦਰ ਉਹ ਖਿੱਲਾਂ ਦੀ ਤੌੜੀ ਹੱਥ ਪਾ ਲੈਂਦਾ, ਪਰ ਕੱਢਣਾ ਨਹੀਂ ਆਉਂਦਾ। ਕਿਵੇਂ ਕੱਢੂਗਾ? ਹੁਣ ਗੁਰੂ ਛਡਾਊਗਾ ਆਪਾਂ ਨੂੰ। ਗੁਰ ਕਿਰਪਾ 'ਤੇ ਸੁੱਟੀਏ ਫਿਰ ਸੁੱਟਾਂਗੇ। ਹੁਣ ਆਪ ਸਿਆਣਾ ਬਣ ਗਿਆ, ਸੁੱਟ ਨਹੀਂ ਸਕਦਾ ਹੈਗਾ। ਬਹੁ ਭੇਖ ਕੀਆ ਦੇਹੀ ਦੁੱਖ ਗਿਆ। ਭੇਖ ਨੂੰ ਬਾਣੀ ਮੰਨਦੀ ਨਹੀਂ, ਫਿਰ ਵੀ ਕੀਤੇ ਅਸੀਂ ਭੇਖ। ਭੇਖ ਅਨੇਕ ਅਗਰ ਨਹੀਂ ਬੂਝੇ, ਕੋਟ ਆਪਾ ਦਰ ਕੇ ਨਹੀਂ ਸੀ। ਜੇ ਕਰੋੜਾਂ ਵੀ ਆਪਾ ਕਰ ਲਈਏ ਅਸੀਂ, ਸਰੀਰ ਕਰਕੇ ਭੇਖ ਕਰ ਲਈਏ, ਕਿੰਨੇ ਤਰ੍ਹਾਂ ਦੇ ਕਰ ਲਈਏ। ਫਿਰ ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ। ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ। ਇੱਕ ਸਹਰ ਕੇ ਨਾਮ ਬਿਨ, ਬੰਦੇ ਜੰਮ ਪਰ ਜਾਏ। ਸਾਰਿਆਂ ਨੂੰ ਕਹਿੰਦੇ ਜੰਮ ਬਣ ਕੇ ਲੈ ਜਾਂਦਾ। ਫਿਰ ਕੀ ਖੱਟਿਆ ਭਾਈ? ਪ੍ਰਾਪਤੀ ਤਾਂ ਕੁਛ ਵੀ ਨਾ ਹੋਈ। ਫਿਰ ਕਿੰਨਾ ਹਠ ਯੋਗ ਵੀ ਕੀਤਾ, ਤਪ ਯੋਗ ਵੀ ਕੀਤਾ, ਘਰ ਵੀ ਛੱਡ ਕੇ ਚਲੇ ਗਏ। ਕੀ ਮਿਲਿਆ? ਕਾਲ ਦੀ ਚਪੇੜ ਮਿਲੀ। ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋਹ ਬੇਜੀ ਆਪਣਾ ਕੀ ਹੈ। ਮਨ ਦਾ ਆਪਣਾ ਜੀ ਹੈ, ਆਪਣਾ ਸੁਭਾਅ ਆ। ਆਪ ਹੀ ਸਾਰਾ ਕੁਛ ਪ੍ਰਵਾਨ ਕਰੀ ਬੈਠਾ। ਨਹੀਂ ਭਾਈ, ਗੁਰਮਤਿ ਵਿੱਚ ਜੋ ਦਰਗਾਹ 'ਚ ਪ੍ਰਵਾਨ ਆ, ਅਸੀਂ ਉਹ ਕਮਾਈ ਕਰਨੀ ਹੈ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸਨਾਨ। ਹਰ ਕਾ ਨਾਮ ਧਿਆਏ ਸੁਣ। ਕਿੱਥੇ ਹਰ ਕਾ ਨਾਮ ਭਾਈ? ਉਹ ਹਰ ਤਾਂ ਅੰਦਰ ਹੈ ਸਾਡੇ, ਉਹ ਤਾਂ ਦੇਵਲੋਕ ਹੈ। ਉੱਥੇ ਜਾਵਾਂਗੇ ਫਿਰ ਹੀ ਸੁਣਾਂਗੇ। ਪਹਿਲਾਂ ਕਹਿੰਦੇ ਸੁਣ ਧਿਆਨ, ਫਿਰ ਸਭਨਾਂ ਨੂੰ ਕਰ ਦਾਨ। ਬਾਹਰ ਦਾਨ ਕਰਨ ਲੱਗ ਗਿਆ ਮਾਘੀ ਵਿੱਚ। ਉਹ ਇਹ ਦਾਨ ਕਰਨਾ ਸੀ, ਪਹਿਲਾਂ ਹਰ ਦਾ ਦਰਸ਼ਨ ਕਰਨਾ ਸੀਗਾ। ਉਹ ਹਰ ਬਾਰੇ ਸਮਝਾਉਣਾ ਸੀਗਾ। ਫਿਰ ਤੇਰੀ ਮਾਘੀ ਸੀਗੀ। ਸਰੀਰ ਨਵਾਉਣਾ ਵਾ, ਇਹ ਤਾਂ ਰੋਜ਼ ਹੀ ਨਹਾਉਂਦੇ ਆਪਾਂ। ਮਾਘ ਸਪੈਸ਼ਲ ਲਾਈਦਾ ਹੁੰਦਾ ਕੋਈ? ਫਿਰ ਵੀ ਨਹੀਂ ਸਮਝੇ। ਆਪਦੀ ਮਤ ਨਹੀਂ ਸਾਰਾ ਕੁਛ ਪ੍ਰਵਾਨ ਕਰੀ ਬੈਠਾ। ਉਹੀ ਤਾਂ ਕਾਲ ਹੈ ਭਾਈ। ਮਹਿਮਾ ਸਾਧੂ ਸੰਗ ਕੀ ਸੁਣ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ।
ਨਿਰਮਲ ਪਏ ਚੀਤਾ, ਫਿਰ ਨਿਰਮਲ ਹੋਣਾ ਮਨ ਨੇ। ਭਾਈ ਇਹ ਮਹਿਮਾ, ਇਹ ਵਡਿਆਈ, ਇਹ ਸਾਧੂ ਦੀ ਬਾਣੀ ਹੈ। ਇਹ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਵੇ। ਕੋਈ ਬਿਰਲਾ ਪਾਉਂਦਾ ਉਹ ਪਾ ਕੇ ਦੱਸਦਾ ਹੈ। ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ। ਕਰੋ ਬੇਨਤੀ ਸੁਣੋ ਮੇਰੀ ਮੀਤਾ, ਸੰਤ ਟਹਿਲ ਕੀ ਬੇਲਾ। ਉਹ ਕਿਹੜਾ ਸੰਤ ਹੈ ਫਿਰ ਭਾਈ? ਸਰੀਰ ਦੀ ਤਾਂ ਗੱਲ ਹੀ ਨਹੀਂ ਹੈਗੀ, ਸੰਸਾਰੀ ਧਰਮਾਂ 'ਚ ਤਾਂ ਗੱਲ ਹੀ ਨਹੀਂ। ਤਾਂ ਉਹ ਦੁਨੀਆ, ਸੱਚ ਦੀ ਦੁਨੀਆ ਦੀ ਗੱਲ ਹੈ, ਜਿੱਥੋਂ ਆਤਮਾ ਟੁੱਟ ਕੇ ਆਈ ਆ ਭਾਈ। ਉੱਥੇ ਤਾਂ ਪਹੁੰਚਾਂਗੇ ਜੇ ਗੁਰਬਾਣੇ ਸੰਸਾਰ ਚੱਲਾਂਗੇ, ਗੁਰੂ ਅਨੁਸਾਰੀ ਚੱਲਾਂਗੇ। ਜੇ ਆਪਦੀ ਮਰਜ਼ੀ ਨਾਲ ਚੱਲਾਂਗੇ, ਹੁਕਮ ਕੀਏ ਮਨ ਭਾਵ ਦੇ, ਰਾਹ ਭੀੜੇ ਅੱਗੇ ਜਾਵਣਾ। ਦੇਖ ਲਓ ਫਿਰ ਭਾਈ, ਆਓ ਸਾਰੇ ਮਿਲ ਕੇ ਇਹ ਗਲਤੀ ਨਾ ਕਰੀਏ। ਗੁਰੂ ਭਗਤ ਸਾਹਿਬਾਨਾਂ ਦੀ ਰਹਿਮਤ ਲਈਏ, ਕੁਦਰਤ ਦੀ ਰਹਿਮਤ ਲਈਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਹਾਥ ਪਾਉ ਕਾਮ ਕਰ ਸਭ ਚੀਤਨ ਰੰਜਨ। ਨਾਲ ਹੀ ਐਸਾ ਧਰਮ, ਐਸੀ ਕਮਾਈ ਹੈ, ਐਸੀ ਭਗਤੀ ਹੈ ਭਾਈ, ਇਹ ਕੰਮ ਕਾਰ ਕਰਦੇ ਵੀ ਆਪਾਂ ਕਰ ਸਕਦੇ ਹਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਇਹਨੂੰ ਵੀ ਧਰਮ 'ਚ ਲੈ ਆਂਦਾ ਭਾਈ। ਅੰਨ ਛੋੜ ਜੋ ਕਰੇ ਪਖੰਡ, ਨਾ ਹੋ ਸੁਹਾਗਣ ਨਾ ਹੋ। ਆਹ ਨਹੀਂ ਖਾਣਾ ਮੈਂ, ਆਹ ਨਹੀਂ ਖਾਣਾ। ਅਸੀਂ ਦੁੱਧ ਹੀ ਪੀਂਦੇ ਹਾਂ, ਅਸੀਂ ਸੰਸਾਰ ਨੂੰ ਲੱਗ ਰਹਿੰਦੇ ਹਾਂ, ਜੰਗਲਾਂ ਚਲੇ ਜਾਂਦੇ ਹਾਂ। ਜਦ ਤੱਕ ਸੰਸਾਰ ਨੂੰ ਲੱਗ ਨਹੀਂ ਹੋ ਜਾਂਦੇ, ਉਹ ਧਰਮ ਨਹੀਂ ਕਰ ਸਕਦੇ, ਕਮਾਈ ਨਹੀਂ ਕਰ ਸਕਦੇ। ਉਹ ਸਾਰਾ ਕੁਝ ਸੰਸਾਰ 'ਚ ਹੀ ਪੈਦਾ ਹੁੰਦਾ ਹੈ, ਉੱਥੋਂ ਹੀ ਜਾਂਦਾ, ਫੇਰ ਹੀ ਖਾਂਦੇ ਹੋ, ਚੋਰੀ ਖਾ ਲੈਂਦੇ ਹੋ। ਉਹੀ ਤਾਂ ਭਗਤ ਗੁਰੂ ਸਾਹਿਬਾਨ ਆਪਾਂ ਨੂੰ ਸਮਾਜ ਸਮਝਾ ਰਹੇ ਨੇ, ਆਪਾਂ ਫਿਰ ਗਲਤੀਆਂ ਕਰੀ ਜਾਂਦੇ ਹਾਂ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਦੂਜਾ ਸੰਸਾਰ, ਆਤਮਾ ਦੇ, ਗੋਪੀ ਦੇ ਜੜ ਨਾਲ ਰਿਸ਼ਤੇ ਪੈ ਗਏ। ਮਾਇਆ ਦੇ ਲਿਪ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿਤ ਵਰਤਾਇਆ। ਮਾਇਆ ਨੇ ਖੇਲ ਵਰਤਾ ਤੇ ਨਿਕਲ ਨਹੀਂ ਸਕਦੀ ਹੁਣ। ਇਹ ਘੜਨੀ ਪੈਣੀ ਹੈ ਗੋਪੀ ਗੁਰ ਸ਼ਬਦ ਨਾਲ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾ ਕੀ। ਸੁਰ ਮਿਲਾਉਣੀ, ਇਹਦੀ ਸੁਰ ਨਹੀਂ ਮਿਲਦੀ। ਉਹ ਦੇਵ ਲੋਕ ਨਾਲ ਸੁਰ ਮਿਲਾਉਂਦੀ ਹੈ ਬਾਣੀ। ਗੁਰਚੇਲੇ ਕੀ ਸੰਧ ਮਿਲਾਵੇ, ਸੰਤ ਪ੍ਰਤਾਪ ਦੁਰੰਤ ਸਭ ਨਸੀ। ਜਿਹੜੀ ਦੂਰੀ ਪੈ ਗਈ ਸੰਤ ਦਾ ਗਿਆਨ ਹੈ, ਉਹ ਦੂਰੀ ਤੈਅ ਕਰਨੀ ਹੈ। ਪਰ ਅਸੀਂ ਤਾਂ ਆਪ ਹੀ ਸਾਰਾ ਕੁਝ ਪ੍ਰਵਾਨ ਕਰੀ ਬੈਠੇ ਹਾਂ ਭਾਈ। ਅੰਨ ਛੱਡਤਾ, ਉਹਨੂੰ ਵੀ ਧਰਮ 'ਚ ਲੈ ਆਂਦਾ। ਅੰਨ ਨਾ ਖਾਇਆ ਸਾਧ ਗਵਾਇਆ। 3.5 ਮਣ ਦੇਹਰੀ ਚੱਲੇ ਪਾਣੀ, ਉਹਨਾਂ ਨੇ ਬਣਾਈ ਸੀਗੀ ਸਾਰਿਆਂ ਖਾਤਰ। ਨਹੀਂ ਖਾਣਾ ਨਾ ਖਾਓ, ਕਿਸੇ ਦਾ ਕੀ ਜਾਣਾ ਵਾ। ਨਹੀਂ ਕਮਾਈ ਕਰਨੀ ਨਾ ਕਰੋ। ਭਗਤ ਰਵਿਦਾਸ ਜੀ ਕੀ ਸਮਝਾਉਂਦੇ? ਹਰ ਜੋ ਹੀਰਾ ਸਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸੱਚ ਪਾਖੇ ਰਵਿਦਾਸ। ਜਾਣਾ ਪਊ ਫਿਰ ਨਰਕਾਂ ਨੂੰ। ਕਰੋ ਤਿਆਰੀ ਫਿਰ। ਇਹ ਤਿਆਰੀ ਕਰਨੀ ਹੈ ਰੋਜ਼ ਆਪਾਂ। ਸਰਜਾਮ ਲਾਗ ਭਵ ਜਲ ਤਰਨ ਕੀ। ਜੇ ਨਿਕਲਣਾ ਇੱਥੋਂ ਭਵ ਸਾਗਰ ਤੋਂ, ਦੁੱਖਾਂ ਤੋਂ ਛੁਟਕਾਰਾ ਪਾਉਣਾ, ਦੁੱਖ ਸਾਗਰ ਤੋਂ ਸੁੱਖ ਸਾਗਰ ਜਾਣਾ ਵਾ, ਤਾਂ ਤਿਆਰੀ ਕਰਨੀ ਪਊ। ਰੋਜ਼ ਬਜਾਣੀ ਨੂੰ ਵਿਚਾਰਨਾ, ਥੋੜ੍ਹਾ ਥੋੜ੍ਹਾ ਸਮਝਦੇ। ਇਹ 'ਚੋਂ ਗਿਆਨ ਪੈਦਾ ਹੁੰਦਾ ਰਹਿੰਦਾ, ਲਾਈਟ ਪੈਦਾ ਹੁੰਦੀ ਹੈ ਫਿਰ। ਇਹ ਗਿਆਨ ਦੀ ਐਸੀ ਲਾਈਟ ਹੈ, ਰਵਿਦਾਸ ਜੀ ਸਮਝਾਉਂਦੇ ਆ। ਨਾਮ ਤੇਰੇ ਕੀ ਜੋਤ ਲਗਾਈ, ਪਇਓ ਉਜਿਆਰੋ ਸਗਲ ਭਵਨਾਰੇ। 3 ਲੋਕ ਦਿਖਣ ਲੱਗ ਜਾਂਦੇ ਨੇ। ਅੱਖਾਂ ਨਾਲ ਨਹੀਂ, ਗਿਆਨ ਨਾਲ। ਮਾਇਆ ਪਾਰ ਕਰ ਜਾਂਦੀ ਹੈ, ਜੀਵ ਆਤਮਾ ਦੇਵ ਲੋਕ ਪਹੁੰਚ ਜਾਂਦੀ ਹੈ। ਉਹ ਫਿਰ ਕਦੋਂ ਕਰਾਂਗੇ ਆਪਾਂ? ਅੰਨ ਨਾ ਖਾਇਆ ਸਾਧ ਗਵਾਇਆ। ਕੀ ਸਮਝਾਉਂਦੇ ਆ ਭਾਈ? ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਸੰਸਾਰ ਨਾਲ ਜੁੜ ਗਏ, ਮਾਇਆ ਨਾਲ ਜੁੜ ਗਏ, ਫਿਰ ਤਾਂ ਕਾਲ ਹੈ ਭਾਈ। ਜੋ ਉਪਜਿਆ ਸੋ ਬਿਨਸੈ, ਪਰਵਾਜ ਕੇ ਕਾਲ। ਕੋਈ ਨਹੀਂ ਤੁਹਾਨੂੰ ਛੁਡਾ ਸਕਦਾ। ਗੁਰੂ ਤੋਂ ਬਿਨਾਂ ਤੁਹਾਨੂੰ ਕੋਈ ਮੁਕਤੀ ਨਹੀਂ ਦੇ ਸਕਦਾ, ਤੁਹਾਨੂੰ ਕੋਈ ਕਾਲ ਤੋਂ ਨਹੀਂ ਬਚਾ ਸਕਦਾ। ਜੋ ਕੋਈ ਕਹਿੰਦਾ ਤਾਂ ਕਦੇ ਵੀ ਵਿਚਾਰ ਕਰ ਸਕਦਾ ਵਾ। ਉਹ ਸਾਰਾ ਕਾਲ ਦੇ ਵੱਸ ਹੈ। ਸਕਲ ਕਾਲ ਕਾ ਕੀਆ ਤਮਾਸ਼ਾ, ਜਿੱਥੇ ਜੀ ਕਰੂਗਾ ਮਾਰੂਗਾ। ਭਗਤ ਕਬੀਰ ਜੀ ਸਮਝਾਉਂਦੇ ਨੇ, ਰਾਜਾ ਪ੍ਰਜਾ ਸਭ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਾਈਏ ਰੇ। ਸੁਧੇ ਸੁਧੇ ਰੇਕ ਚਲੋ ਤੁਮ ਨਾ ਤੱਕ ਧੱਕਾ ਦਵਾਈਏ। ਐਸਾ ਧੱਕਾ ਲੱਗੂਗਾ ਭਾਈ, ਇੱਕ ਧੱਕਾ ਵਾ। 84 ਲੱਖ ਜੂਨੀ ਨੂੰ ਫਿਰ ਜਾਣਾ ਪਊਗਾ। ਬਾਰੇ ਬੂਢੇ ਤਰਨੇ ਪਈਆ, ਸਭੂ ਜਮ ਲੈ ਜਾਈਏ ਰੇ। ਮਾਨਸ ਬਪਰਾ ਮੂਛਾ ਕੀਨੋ, ਮੀਚ ਬਲਈਆ ਖਾਈਏ ਰੇ। ਚੂਹੇ ਨੂੰ ਬਿੱਲੀ ਕਿਵੇਂ ਛੱਡ ਦੂਗੀ ਭਾਈ? ਜੇ ਅਸੀਂ ਅੱਖਾਂ ਮੀਚ ਲੀਆਂ, ਧਰਮ ਕੰਨੀ ਪਿੱਠ ਕਰ ਲਈ, ਤਾਂ ਮੌਤ ਨੇ ਤਾਂ ਛੱਡਣਾ ਨਹੀਂ ਸਾਨੂੰ। ਬਹੁਤ ਧਰਮ ਕਹਿੰਦੇ ਮੌਤ ਨੂੰ ਯਾਦ ਰੱਖੋ, ਆਹ ਕਰੋ, ਰੱਬ ਨੂੰ ਯਾਦ ਰੱਖੋ। ਕਿਉਂ? ਰੱਬ ਕਿਤੇ ਚਲਿਆ ਗਿਆ। ਮੌਤ ਤੁਹਾਡੇ ਯਾਦ ਰੱਖਣਾ ਤੁਹਾਨੂੰ ਛੱਡ ਦੂਗਾ ਕਾਲ? ਇਹ ਸਭ ਗੱਲਾਂ ਨੇ ਭਾਈ, ਗੱਲੀ ਅਲਪ ਲੱਲੀਆਂ।
ਇਹ 'ਚੋਂ ਕੁਛ ਨਹੀਂ ਨਿਕਲਦਾ ਹੈਗਾ। ਗੁਰ ਕਾ ਸ਼ਬਦ ਵਿਚਾਰਾਂਗੇ, ਇਹ ਰਤਨ ਜਵਾਹਰ ਮਾਣਕ ਨੇ, ਇਹ 'ਚ ਬੜਾ ਕੁਛ ਪੈਦਾ ਹੁੰਦਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੇ ਐਨਸ ਕਹਿਰੇ, ਸਰੀਰ ਤੇ ਜ਼ੁਲਮ ਕੀਤਾ, ਨੰਗੇ ਪੈਰੀਂ ਜਾਣਾ, ਡਣੌਤਾਂ ਕਰਨੀਆਂ। ਕਈਆਂ ਨੇ ਤਾਂ ਕੱਪੜੇ ਲਾ ਕੇ ਸਿਰ 'ਤੇ ਕਹਿੰਦੇ ਰੱਬ ਬਣ ਗਏ ਅਸੀਂ। ਬਸਤਰ ਲਾਭ ਦਿਗੰਬਰ ਹੋਵੇ ਜੈਨੀਆਂ ਦੇ, ਕਹਿਰ ਕਰਦਿਆਂ ਕਹਿੰਦੇ ਮਹਾਰਾਜ ਕਹਿੰਦੇ ਸਰੀਰ 'ਤੇ ਭਾਈ। ਇਹ ਸਰੀਰ ਤਾਂ ਸਾਨੂੰ ਪ੍ਰਾਪਤੀ ਖਾਤਰ ਮਿਲਿਆ। ਨਾਨਕ ਸੋ ਪ੍ਰਭ ਸਿਮਰੀ ਇਸ ਦੇਹੀ ਕੋ ਪਾਲ, ਅੰਦਰਲੀ ਦੇਹੀ, ਇਹ ਬਾਹਰਲੀ ਦੇਹੀ। ਸਤਿਗੁਰ ਸਮਝਾਉਂਦੇ ਸਿਮਰੋ ਸਮਝੋ ਭਾਈ, ਕੌਣ ਇਹਨੂੰ ਪਾਲ ਰਿਹਾ, ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ। ਉਹ ਤਾਂ ਅਸੀਂ ਕੀ ਸਮਝਣਾ ਸੀਗਾ, ਅੱਜ ਤਾਂ ਦੇਹ ਨੂੰ ਦੁੱਖ ਦੇਣ ਲੱਗ ਗਏ। ਬਸਤਰ ਨਾ ਪਹਿਰੇ, ਕੱਪੜੇ ਲਾ ਤੇ ਨੰਗਾ ਹੋ ਗਿਆ, ਰੱਬ ਬਣ ਗਿਆ ਕਹਿੰਦਾ ਮੈਂ। ਪੰਚਮ ਪਾਤਸ਼ਾਹ ਨੂੰ, ਸਤਿਗੁਰਾਂ ਨੂੰ ਕਿਸੇ ਨੇ ਬਿਆਨ ਕੀਤਾ, ਵਿਚਾਰ ਕੀਤੀ, ਸਤਿਗੁਰ ਐਂ ਕਿਉਂ ਕਰਦੇ ਨੇ। ਸਤਿਗੁਰਾਂ ਨੇ ਸਮਝਾਇਆ ਇਹਨਾਂ ਨੂੰ, ਫਿਰ ਇੱਕ ਸਲੋਕ ਆ, ਉਹ ਵੱਡਾ ਵਾ, ਆਪਾਂ ਨਹੀਂ ਵਿਚਾਰ ਕਰ ਸਕਦੇ, ਸ਼ਬਦ ਵੱਡਾ ਵਾ ਉਹ, ਫਿਰ ਕਿਤੇ ਗੁਰੂ ਦੀ ਕਿਰਪਾ ਹੋਊ ਉਹਨੂੰ ਕਰਾਂਗੇ ਵਿਚਾਰ। ਉਹ ਸਾਰਾ ਕੁਛ ਹੀ ਕੈਟਾਗਰੀਆਂ ਧਰਮਾਂ ਦੀ ਲਿਖੀਆਂ ਗੁਰੂ ਸਾਹਿਬ ਨੇ, ਉਹਦੇ ਵਿੱਚ ਸਾਰਾ ਕੁਛ ਹੀ ਪੂਰੇ ਸੰਸਾਰ ਦਾ ਵੇਰਵਾ ਲਿਖਿਆ ਹੋਇਆ। ਕਿਤੇ ਕਿਰਪਾ ਰਹਿਮਤ ਹੋਊ, ਫਿਰ ਆਪਾਂ ਉਹਦੀ ਵਿਚਾਰ ਕਰਾਂਗੇ। ਇੱਕ ਲੋਕ ਨਾ ਦੇਵੇ ਦਰਸਾ, ਕਹਿੰਦੇ ਇੱਕ ਲੁਕ ਜਾਂਦੇ ਦਰਸ਼ਨ ਨਹੀਂ ਦੇਣਾ। ਕਹਿੰਦੇ ਇੱਕ ਮੂਰਖ ਕੱਪੜ ਨਾ ਪਹਿਰੀ ਤਿਸ ਕਿਆ ਕਹੀਏ, ਕੱਪੜੀ ਲਾ ਕੇ ਸਿਰ 'ਤੇ ਕਹਿੰਦੇ ਭਾਈ ਇਹਦੇ ਨਾਲ ਕੀ ਵਿਚਾਰ ਕਰਨੀ, ਇੰਨੀ ਡੈਡ ਅਕਲ ਹੋ ਗਈ ਇਹਦੀ, ਮੰਦ ਬੁੱਧੀ ਇੰਨਾ ਹੋ ਗਿਆ ਨਾ, ਕੀ ਵਿਚਾਰ ਕਰੀਏ। ਵਿਚਾਰ ਤਾਂ ਬੁੱਧੀਵਾਨਾਂ ਦਾ ਵਿਸ਼ਾ ਹੁੰਦਾ ਧਰਮ, ਜਿਹਨੇ ਕੱਪੜੀ ਲਾ ਕੇ ਸਿਰ 'ਤੇ ਉਹਦੇ ਨਾਲ ਕੀ ਵਿਚਾਰ ਕਰੀਏ। ਸਤਿਗੁਰ ਕਹਿੰਦੇ ਉਹ ਕਿਤੇ ਫਿਰ ਅੱਗੇ ਆਪਾਂ ਰਹਿਮਤ ਲਵਾਂਗੇ ਭਗਤ ਗੁਰੂ ਸਾਹਿਬਾਨਾਂ ਦੀ। ਉਹ ਸਾਰੀ ਜਿਹੜੀ ਕੈਟਾਗਰੀਆਂ ਨੇ, ਜੋ ਮਨ ਕਰਦਾ ਆਇਆ, ਮਨ ਹੀ ਕਰਦਾ ਹੈ, ਇਹੀ ਕਾਲ ਦੇ ਵਸ ਹੈ, ਆਪ ਹੀ ਕਾਲ ਹੈ। ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੇ ਰਹੇ ਸਮਾਏ। ਜਦ ਤੱਕ ਸਾਡੇ ਅੰਦਰ ਕਲਪਨਾ ਚੱਲਦੀ ਹੈ, ਕਾਲ ਹੈ ਇਹ ਖਤਮ ਕਰਨੀ ਹੈ ਆਪਾਂ ਸਰੀਰ 'ਚ ਰਹਿੰਦਿਆਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬਸਤਰ ਨਾ ਪਹਿਰੇ ਐਨਸ ਕਹਿਰੇ, ਕਹਿਰ ਕੀਤਾ ਸਰੀਰ ਤੇ, ਮੋਨ ਬਗੂਤਾ ਕਿਉਂ ਜਾਗੇ ਗੁਰਬਨ ਸੂਤਾ। ਮੌਨ ਧਾਰ ਲਈ ਬੋਲਣ ਨਹੀਂ, ਸੰਸਾਰ 'ਚ ਕੀ ਕਰਨ ਆਇਆ ਸੀ ਭਾਈ। ਫਿਰ ਤੂੰ ਜੇ ਬੱਚਾ ਕੋਈ ਸਕੂਲ ਜਾਵੇ, ਟੀਚਰ ਉਹਨੂੰ ਕੋਈ ਲੈਸਨ ਦਿੰਦਾ, ਕੋਈ ਪੜ੍ਹਨ ਨੂੰ ਸਿਖਾਉਂਦਾ, ਉਹ ਮੌਨ ਧਾਰ ਲਵੇ, ਪੜ੍ਹ ਜੂਗਾ ਭਾਈ, ਡਾਕਟਰ ਬਣ ਜੂਗਾ, ਉਹ ਵਕੀਲ ਬਣ ਜੂ। ਪਰ ਇਹ ਪਿੱਛੇ ਵਿਧੀਆਂ ਸੀਗੀਆਂ, ਕਹਿੰਦੇ ਹੋ ਜਾਂਦਾ ਇੱਦਾਂ। ਅਗਿਆਨੀ ਸੀ, ਲੋਕ ਮੰਨ ਲੈਂਦੇ ਸੀ, ਹੁਣ ਨਹੀਂ ਮੰਨਦਾ ਕੋਈ। ਮੋਨ ਬਗੂਤਾ ਕਿਉਂ ਜਾਗੇ ਗੁਰਬਿਨ ਤਾਂ ਬਾਣੀ ਜਗਾਉਂਦੀ ਹੈ, ਉਹਨੂੰ ਜਗਾਉਣਾ ਸੀਗਾ, ਮੌਨ ਧਾਰ ਕੇ ਬਹਿ ਗਿਆ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਪੱਗੋਂ ਪਿਤਾਣਾ ਆਪਣਾ ਕੀਆ ਕਮਾਉਣਾ। ਪੁੱਠਾ ਲਟਕ ਗਿਆ ਭਾਈ, ਕੋਈ ਦਰਖਤ 'ਚ ਲਟਕ ਗਿਆ, ਕੋਈ ਖੂਹ 'ਚ ਲਟਕ ਗਿਆ। ਕਿੰਨੀਆਂ ਕਿੰਨੀਆਂ ਕਹਾਣੀਆਂ ਨੇ ਭਗਤੀਆਂ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੇ ਸੋ ਰੱਬ ਨਾ ਵੋੜਿਓ, ਦੇਖ ਬੰਦੇ ਕੇ ਭਾਗ। ਬਾਬਾ ਫਰੀਦ ਜੀ ਸਮਝਾ ਰਹੇ ਨੇ। ਐਸੀਆਂ ਭਗਤੀਆਂ ਸੀ, ਪਿੰਜਰ ਬਣ ਜਾਂਦੇ ਸੀਗੇ। ਐਸੀਆਂ ਭਗਤੀਆਂ ਸੀ, ਥੋੜ੍ਹੇ ਥੋੜ੍ਹੇ ਕੱਟ ਕੇ ਆਪ ਨੂੰ ਹੋਮ ਕਰ ਦਿੰਦੇ ਸੀਗੇ। ਨਿਮਕ ਨਿਮਕ ਕਰ ਸਰੀਰ ਕਟਾਏ ਤੋ ਵੀ ਹੈਮ। ਓਏ ਹਉਮੈ ਤਾਂ ਭਾਈ ਮਨ ਦੇ ਅੰਦਰ ਆ। ਸਰੀਰ ਨੇ ਕੀ ਕੀਤਾ, ਸਰੀਰ 'ਤੇ ਕਹਿਰ ਕੀਤਾ ਤੁਸੀਂ। ਤੁਹਾਨੂੰ ਦੁਬਾਰਾ ਸਰੀਰ ਨਹੀਂ ਮਿਲਣਾ ਹੈਗਾ, ਉਹ ਦਾਤੇ ਨੇ ਤੁਹਾਨੂੰ ਸਰੀਰ ਨਹੀਂ ਦੇਣਾ ਦੁਬਾਰਾ। ਬਹੁਤ ਦੁੱਖ ਭੋਗੋਗੇ। ਜਿਹੜੀ ਉਹਨੇ ਦਿੱਤੀ ਦਾਤ, ਉਹ 'ਤੇ ਅਸੀਂ ਕਹਿਰ ਕੀਤਾ। ਜੀ ਜੋ ਮਾਰੇ ਜੂਰ ਕਰ, ਕਹਿਤੋ ਨੌ ਹਲਾਲ। ਹਲਾਲ ਕਰਦੇ ਨੇ, ਕਲਮਾਂ ਪੜ੍ਹਦੇ ਨੇ। ਉਹ ਜੀਵ ਦਾ ਹਾਲਤ ਪੁੱਛ ਕੇ ਦੇਖੋ, ਹੁਣ ਸੁਣਦੀਆਂ ਨੇ ਕਲਮਾਂ। ਇਹ ਕਿਤੇ ਸਿੱਖੀ ਹੈ ਭਾਈ, ਇਹ ਸਿੱਖੀ ਦੇ ਵਿੱਚ ਹੈਗਾ ਵਾ। ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੁੱਖੋਂ, ਉਹ ਗੁਰੂ ਦਾ ਜਸ ਕਰਦਾ ਹੈ। ਉਹ ਸਿੱਖੀ ਹੈ, ਉਹ ਬੜੀ ਔਖੀ ਹੈ ਭਾਈ। ਉੱਥੇ ਤਾਂ ਪਹੁੰਚਣਾ ਆਪਾਂ ਤਾਂ ਸਰੀਰ ਨੇ ਸਾਰੇ ਧਰਮ ਕਰਮ ਕਰੀ ਜਾਂਦੇ ਹਾਂ। ਜੋ ਗੁਰੂ ਭਗਤ ਸਾਹਿਬਾਨਾਂ ਨੇ ਛਡਾਏ ਨੇ, ਉਹੀ ਸਾਰੇ ਕਰੀ ਜਾਂਦੇ। ਫਿਰ ਕਿਵੇਂ ਪ੍ਰਾਪਤੀ ਹੋਊ ਆਪਾਂ ਨੂੰ ਭਾਈ। ਪੱਗੋਂ ਪਿਤਾਣਾ ਆਪਣਾ ਕੀਆ ਕਮਾਣਾ, ਭਰਮ ਖਾਧਾ ਬਸ। ਜਿੰਨੇ ਵੀ ਅਸੀਂ ਭਗਤੀਆਂ ਕੀਤੀਆਂ, ਉਹਦਾ ਉਲਟ ਰੂਪ ਅਪੋਜਿਟ ਅਸੀਂ ਭਰਮ ਖਾਧਾ ਵਾ। ਜਿਵੇਂ ਗਰਭ ਦੇ ਵਿੱਚ ਕਹਿੰਦੇ ਪੁੱਠਾ ਭਗਤੀ ਕਰਦਾ, ਗਰਭ ਤਾਂ ਦਾ ਸਰੀਰ ਹੀ ਨਹੀਂ ਬਣਿਆ ਸੀ, ਭਗਤੀ ਕਿੱਥੋਂ ਕਰਦਾ ਉਹ। ਰੇ ਨਰ ਗਰਭ ਕੰਡਲ ਜਬ ਆਵਤ, ਉਰਦ ਧਿਆਨ ਲਿਵ ਲਾਗਾ। ਸਰੀਰ ਬਣਾਉਣ ਨੂੰ ਆ ਰਿਹਾ ਉੱਥੇ, ਹਲੇ ਆਇਆ ਤਾਂ ਹੈ ਹੀ ਨਹੀਂ ਗਾ। ਸਰੀਰ ਤਾਂ ਉਹਦਾ ਪੂਰਾ ਬਣਿਆ ਨਹੀਂ, ਕਿੱਥੋਂ ਪੂਰਾ ਪੁੱਠਾ ਲਟਕਦਾ ਉਹ ਤਾਂ ਬਾਅਦ ਦੀ ਗੱਲ ਹੈ, ਧਿਆਨ ਦੀ ਗੱਲ ਹੈ। ਉੱਥੇ ਧਿਆਨ ਮਾਇਆ ਨਾਲ ਲੱਗਿਆ ਹੋਇਆ ਵਾ। ਸਰੀਰ ਬਣਾ ਰਿਹਾ, ਉਹਦੇ ਨਾਲ ਟੁੱਟ ਰਿਹਾ ਵਾ। ਜਦੋਂ ਸਰੀਰ ਪੂਰਾ ਹੋ ਕੇ ਬਾਹਰ ਆ ਜਾਂਦਾ, ਟੁੱਟ ਜਾਂਦਾ, ਉਹੀ ਤਾਂ ਰੋਂਦਾ ਫਿਰ। ਲਿਪ ਸੁੜਕੀ ਲੱਗੀ ਤ੍ਰਿਸ਼ਨਾ,
ਚਲੋ ਇਹਦੀ ਫਿਰ ਵਿਚਾਰ ਕਰਾਂਗੇ ਅੱਗੇ ਆਪਾਂ। ਪੁੱਠਾ ਲਟਕ ਜਾਣਾ, ਉਹ 'ਚੋਂ ਗਿਆਨ ਪੈਦਾ ਹੁੰਦਾ ਹੈ ਭਾਈ। ਡੰਡੌਤਾਂ ਕਰਨੀਆਂ, ਉਹ 'ਚੋਂ ਗਿਆਨ ਪੈਦਾ ਹੁੰਦਾ। ਕਹਿਰ ਕਰਦੇ ਆ ਸਰੀਰ 'ਤੇ, ਗਾਹਾਂ ਨੂੰ ਸਰੀਰ ਨਹੀਂ ਦੇਣਾ ਦਾਤੇ ਨੇ ਆਪਾਂ ਨੂੰ। ਇਹ ਭਗਤੀ ਖਾਤਰ ਆਪਾਂ ਨੂੰ ਸਰੀਰ ਮਿਲਿਆ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਪੱਗੋਂ ਪੈਤਾਣਾ ਆਪਣਾ ਕੀਆ ਕਮਾਣਾ। ਫਿਰ ਆਪਦਾ ਕਮਾਇਆ, ਆਪਦੀ ਮੱਤ ਦਾ ਕਮਾਇਆ, ਫਿਰ ਉਹ ਮਿਲ ਜਾਂਦਾ ਸਾਨੂੰ। ਕੀ ਸੰਸਾਰੀ ਵਡਾਈ ਮਿਲ ਜਾਂਦੀ ਹੈ। ਲੋਕ ਮੰਨ ਲੈਂਦੇ ਬੜਾ ਪਹੁੰਚਿਆ ਹੈ ਜੀ, ਪੁੱਠਾ ਲਟਕਦਾ ਵਾ। ਅਸੀਂ ਇੱਧਰ ਰਾਜਸਥਾਨ ਗੁਜਰਾਤ 'ਚ ਰਹਿੰਦੇ ਸੀ, ਉੱਥੇ ਵੀ ਉਹ ਲੋਕ ਖੜ੍ਹ ਜਾਂਦੇ ਨੇ, ਖੜ੍ਹੇ ਹੀ ਰਹਿੰਦੇ ਨੇ। ਕਿੰਨੇ ਕੁ ਲੋਕ ਉਹਨੂੰ ਮੰਨਣ ਲੱਗ ਜਾਂਦੇ ਨੇ। ਗਿਆਨੀਆਂ ਵੀ ਬਹੁਤ ਪਹੁੰਚਿਆ ਹੋਇਆ। ਰੋਟੀ ਪਾਣੀ ਚੱਲ ਪੈਂਦਾ, ਇਹ ਜ਼ਰੂਰ ਹੈ। ਰੋਟੀ ਪਾਣੀ ਤਾਂ ਭਾਈ ਉਹ ਸਾਰਿਆਂ ਨੂੰ ਦਿੰਦਾ। ਬਾਣੀ ਉਹ ਵੀ ਤਾਂ ਸਮਝਾ ਰਹੀ ਵੀ ਰੋਟੀ ਦੀ ਚਿੰਤਾ ਨਾ ਕਰ ਤੂੰ, ਰੋਟੀ ਖਾਤਰ ਨਾ ਸਰੀਰ ਨੂੰ ਵੇਚ ਨਾ। ਬਾਣੀ ਸਮਝਾਉਂਦੀ ਹੈ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀਏ, ਜਲਮੇ ਜਨ ਤੋਂ ਪਾਏ ਤਿੰਨਾ ਵੀ ਰੋਜੀ ਦੇ। ਨਾਨਕ ਜਨ ਤੋਂ ਪਾਏ ਕਿ ਉਹਨੂੰ ਰੋਜੀ ਵੀ ਦਿੰਦਾ, ਸੰਭਾਲਦਾ ਵੀ ਹੈ, ਪਰ ਅਸੀਂ ਸੁਣੀਏ ਹੀ ਨਹੀਂ ਗੁਰੂ ਦੀ ਗੱਲ। ਪੁੱਠਾ ਲਟਕ ਗਿਆ, ਲੋਕਾਂ 'ਤੇ ਪ੍ਰਭਾਵ ਹੋ ਗਿਆ, ਲੋਕ ਭਗਤ ਮੰਨਣ ਲੱਗ ਗਏ। ਗਿਆਨ ਨਹੀਂ ਪੈਦਾ ਹੋਇਆ, ਫਿਰ ਚੱਲਿਆ ਗਿਆ ਜੰਮਣ ਮਰਨ ਨੂੰ। ਪੱਗੋਂ ਪੈਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਸਾਈ ਪਾਈ ਜੈਨੀ ਮੱਤ ਵਾਲੇ। ਉਹਨਾਂ ਦੀ ਧਰਮ ਬਾਰੇ ਵਿਚਾਰੀਏ, ਜਿਹੜਾ ਉਹ ਧਰਮ ਸਮਝਦੇ ਨੇ, ਫਿਰ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਕਰਕੇ ਇਹਨੂੰ ਵਿਚਾਰਨ ਦੀ ਵੀ ਲੋੜ ਹੀ ਨਹੀਂ ਹੈਗੀ। ਅਸੀਂ ਲੈਣਾ ਕੀ ਆ, ਫਾਸਣ ਕੀ ਵਿਧ ਨੇ ਸਾਰੀਆਂ ਭਾਈ, ਸੁੱਟਣਾ ਕਿਵੇਂ ਆਪਾਂ ਉਹਦੀ ਵਿਚਾਰ ਕਰੀਏ। ਉਹ ਵੀ ਘਰ-ਬਾਰ ਛੱਡ ਕੇ ਤੁਰੇ ਰਹਿੰਦੇ ਨੇ। ਫਦੀਅਤ ਕਰਨ ਲੈਣ ਪੜਾਸਾ, ਪਾਣੀ ਦੇਖ ਸੰਗਾਈ, ਛੱਡੋ ਖਹਿੜਾ। ਅੱਗੇ ਚੱਲੀਏ ਆਪਾਂ। ਅਲਮਲ ਖਾਈ ਸਿਰਸਾਈ ਪਾਈ, ਮੂਰਖਨ ਦੇ ਪੱਤ ਗਵਾਈ। ਮੂਰਖ ਮਨ ਹੈ, ਸਰੀਰ ਨਾਲ ਭਗਤੀਆਂ ਕਰਕੇ ਤੂੰ ਖਾਲੀ ਚਲਿਆ ਜਾਂਦਾ, ਕਾਲ ਫੜ ਕੇ ਲੈ ਜਾਂਦਾ ਹੈ। ਬਿਨ ਨਾਵੇਂ ਕਿਸਥਾਏ ਨਾ ਪਾਈ। ਨਾਮ ਤੋਂ ਬਿਨਾਂ ਕਿੱਥੇ ਜਗ੍ਹਾ ਮਿਲੂਗੀ ਭਾਈ। ਹੋਰ ਤੈਨੂੰ ਕੋਈ ਜਗ੍ਹਾ ਨਹੀਂ। ਆਤਮਾ ਕਿੱਥੇ ਰਹੂਗੀ। ਸਰੀਰ ਮਿਲਦੇ ਨੇ, ਜੂਨੀਆਂ ਬਦਲਦਾ ਵਾ। ਐਡੇ ਐਡੇ ਮਕਾਨ, ਬੜੇ ਬੜੇ ਅਸੀਂ ਕੋਠੀਆਂ ਬਣਾਉਂਦੇ ਹਾਂ, ਇਹੀ ਨਹੀਂ ਬਣ ਦਿੰਦੇ। ਫਿਰ ਉੱਥੇ ਹੀ ਫਿਰ ਭਮੱਕੜ ਬਣਾ ਕੇ ਘੁਮਾਉਂਦਾ ਉਹਨੂੰ, ਲੈ ਘੁੰਮ ਲਾ ਇੱਥੇ, ਆਹੀ ਹੈ ਤੇਰਾ ਕੀ ਖੱਟਿਆ। ਫਿਰ ਜਗ੍ਹਾ ਤਾਂ ਮਿਲਣੀ ਨਹੀਂ ਆਪਾਂ ਨੂੰ। ਜਗ੍ਹਾ ਮਿਲਣੀ ਆਪਾਂ ਨੂੰ ਦਰਗਾਹ 'ਚ ਜਾ ਕੇ। ਨਿਮਾਣੇ ਕੋ ਪ੍ਰਭ ਤੇਰੋ ਮਾਣ, ਸਗਲ ਘਟਾ ਕੋ ਦੇਵੋ ਦਾਨ। ਦਾਤਾ ਤੂੰ ਤਾਂ ਸਾਰਿਆਂ ਦੀ ਪ੍ਰਤਿਪਾਲ ਕਰਦਾ। ਉਹਦੇ ਚਰਨਾਂ 'ਚ ਪਹੁੰਚਣਾ ਆਪਾਂ, ਉਹੀ ਥਾਨ ਹੈ। ਮੁਕਾਮ ਇਹ ਨਾ ਆਖੀਏ ਨਿਤ ਚੱਲਣੇ ਕੀ ਧੋਖ, ਮੁਕਾਮ ਤਿਸ ਨੂੰ ਆਖੀਏ ਜਾਂ ਸਿਸ ਨਾ ਲੇਖ। ਉਹ ਆ ਮੁਕਾਮ ਜਿੱਥੇ ਕੋਈ ਪੁੱਛਦਾ ਹੀ ਨਹੀਂ ਹੈਗਾ। ਉਹ ਬੇਗਮਪੁਰਾ ਸ਼ਹਿਰ ਕਾ ਨਾਓ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁੱਖ ਲਹੇ ਮਲ। ਨਿਰੰਕਾਰ ਹੋਊਗਾ ਤਈਓ ਜਾਊਗਾ, ਭੈ ਤੋਂ ਮੁਕਤ ਹੋ, ਫਿਰ ਨਿਰੰਕਾਰ ਹੁੰਦਾ ਹੈ। ਉਹ ਨਿਰੰਕਾਰ ਦੇ ਦੇਸ਼ ਜਾਣ ਦੀ ਸ਼ਰਤਾਂ ਨੇ, ਸਾਰੀ ਬਾਣੀ ਆਪਾਂ ਨੂੰ ਸਮਝਾ ਰਹੀਆਂ ਨੇ। ਸ਼ਰਤ ਅਸੀਂ ਕੋਈ ਵੀ ਨਹੀਂ ਕੀਤੀ, ਸਰੀਰ ਕਰਕੇ ਪੂਰਨ ਹੋ ਗਏ। ਬਚਨ ਕੋਈ ਵੀ ਨਹੀਂ ਮੰਨਿਆ, ਜੋ ਮਨਾ ਕੀਤਾ ਉਹੀ ਕਰ ਰਹੇ ਹਾਂ। ਜਗ੍ਹਾ ਕਿੱਥੋਂ ਮਿਲਣੀ ਸੀਗੀ। ਫਿਰ ਜਗ੍ਹਾ ਦਰਗਾਹ 'ਚ ਮਿਲਣੀ ਆ। ਹੋਈ ਨਿਮਾਣਾ ਜਗ ਰਹੇ ਤਾਂ ਦਰਗੇ ਮਾਣ ਨਿਮਾਣਾ ਪਾਵੇ। ਉਹ ਹੈ ਆਤਮਾ ਦਾ ਦੇਸ਼, ਉੱਥੇ ਹੀ ਮਿਲਣੀ। ਨਹੀਂ ਤਾਂ ਜੂਨੀਆਂ 'ਚ ਘੁੰਮਦੀ ਰਹਿੰਦੀ ਹੈ ਇਹ। ਨਾਮ ਤੋਂ ਬਿਨਾਂ ਉੱਥੇ ਬਣ ਨਹੀਂ ਦੇਣਾ, ਕਿਸੇ ਨੇ ਐਂਟਰੀ ਨਹੀਂ ਹੈਗੀ। ਜੈ ਪੰਥ ਤੇਰਾ ਕੋ ਨ ਸਜਾਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਜਿਹੜੇ ਪੰਥ ਇੱਥੇ ਬਣਾਈ ਫਿਰਦਾ ਸੰਸਾਰੀ ਸਰੀਰ ਕਰਕੇ, ਇਹ ਨਹੀਂ ਉੱਥੇ ਕੋਈ ਪੁੱਛਦਾ ਹੈਗਾ। ਇਹ ਤਾਂ ਇੱਥੇ ਸਰੀਰ ਨਾਲ ਹੀ ਸਮਾਪਤ ਹੋ ਜਾਂਦੇ ਆ ਭਾਈ। ਹਰ ਨਾਮ ਨਾਲ ਉੱਥੇ ਐਂਟਰੀ ਹੈ, ਉਹ ਪਹਿਲਾਂ ਹੀ ਪਹੁੰਚ ਜਾਂਦਾ। ਪਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬਿਨ ਨਾਵੇਂ ਕਿਸਥਾਈ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ। ਇਹ ਸਾਰੇ ਜਿਹੜੇ ਬੇਵਾਨ ਮਾਰਗ ਨੇ, ਮਨ ਦੀਆਂ ਮਤੀਆਂ ਨੇ। ਮੂੰਹ ਧਾਰ ਲੈਣਾ, ਕਿਲੇ ਕੀਲਣੇ, ਆ ਜੰਗਲਾਂ 'ਚ ਚਲੇ ਜਾਣਾ, ਘਰ ਵਾਰ ਛੱਡ ਕੇ ਜੰਗਲਾਂ 'ਚ। ਇਹ ਭਗਤੀ ਆ ਕੋਈ ਸਰੀਰ ਕਰਕੇ ਭਾਈ। ਗਿਆਨ ਤਾਂ ਹੁੰਦਾ ਨਹੀਂ ਹੈਗਾ। ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਵਏ ਘਰ ਵਾਰ ਛੱਡ ਕੇ ਚਲੇ ਜਾਂਦੇ ਆ। ਮੜੀਆਂ ਮਸਾਣੀਆਂ 'ਤੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਲੋਕਾਂ ਦਾ ਜੀਵਨ ਖਰਾਬ ਕਰਦੇ ਨੇ। ਆਪਦਾ ਤਾਂ ਖਰਾਬ ਉਹਨਾਂ ਦਾ ਹੋ ਹੀ ਗਿਆ, ਜਿਹੜੇ ਘਰ ਵਾਰ ਛੱਡ ਕੇ ਚਲੇ ਗਏ। ਇਹ ਭਗਤੀ ਐਸੀ ਤੁਸੀਂ ਕੰਮਕਾਰ ਕਰਦੇ ਵੀ ਕਰ ਸਕਦੇ ਆ। ਕਿਰਤ ਦੀ ਕਰਨੀ ਆਪਾਂ, ਆਪ ਦਸਾਂ ਨੌਂ ਦੀ ਖਾਣੀ ਕਹਿੰਦੇ ਕਰਦੇ ਨਹੀਂ ਹੈਗੇ। ਰਹੇ ਬੇਬਾਣੀ ਬੜੀ ਮਸਾਣੀ, ਅੰਧ ਨ ਜਾਣੇ। ਅੰਨਾ ਮਨ ਜਾਣਦਾ ਤਾਂ ਹੈ ਨਹੀਂ ਗਾ। ਫਿਰ ਪਛਤਾਣੀ। ਜੋ ਸਾਰਾ ਕੁਛ ਬਣ ਰਿਹਾ, ਜੋ ਕਿਸਾਨ ਬਣਾ ਰਹੇ ਨੇ, ਜੋ ਪਿੰਡਾਂ 'ਚ ਪੱਕ ਰਿਹਾ ਵਾ, ਉਹੀ ਤਾਂ ਬਾਹਰ ਜੰਗਲ ਜਾਣ ਵਾਲਾ ਵੀ ਤਾਂ ਉਹੀ ਖਾਂਦਾ ਵਾ। ਬਨ ਸੇ ਸਦਨ ਸਭੇ ਕਰ ਸਮਝੋ, ਮਨ ਮੇ ਆਈ ਦਾਸਾ। ਦਸਮ ਪਾਤਸ਼ਾਹ ਸਮਝਾਉਂਦੇ ਨੇ, ਬਨ ਸੇ ਸਦਨ ਸਭ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਹਨੂੰ ਹੀ ਸਮਝ ਤੂੰ ਜੰਗਲ ਮਨ ਦੇ ਅੰਦਰ ਹੀ। ਇਹ ਸ਼ਹਿਰਾਂ ਨੂੰ ਜੰਗਲ ਬਣਾ, ਜਿੱਥੇ ਰਹਿਣਾ ਵਾ, ਘਰ ਬਾਰ ਛੱਡ ਕੇ ਨਾ ਜਾ। ਪਰ ਨਹੀਂ ਮੰਨਦਾ ਹੈਗਾ।
ਆਪ ਹੀ ਪ੍ਰਵਾਨ ਕਰ ਲੈਂਦਾ, ਆਪ ਹੀ ਭਗਤੀਆਂ ਸਾਰੀਆਂ ਪ੍ਰਵਾਨ ਕਰੀ ਬੈਠਾ। ਇਹ ਨਹੀਂ ਦਰਗਾਹ ਚੱਲਦੀਆਂ ਭਾਈ। ਅੰਤ ਨਾ ਜਾਣੇ ਫਿਰ ਪਛਤਾਣੀ, ਫਿਰ ਪਛਤਾਉਣਾ ਪਿਆ। ਸਤਿਗੁਰ ਭੇਟੇ ਸੋ ਸੁਖ ਪਾਵੈ, ਉਹ ਸੁੱਖ ਪ੍ਰਾਪਤ ਕਰਦੇ ਨੇ ਜਿਨ੍ਹਾਂ ਨੂੰ ਸੱਚ ਦਾ ਗਿਆਨ ਹੁੰਦਾ ਹੈ। ਜਾਂ ਤਾਂ ਕੋਈ ਬਾਹਰ ਗੁਰਸਿੱਖ ਮਿਲੇ, ਸੱਚ ਦਾ ਗਿਆਨ ਦੇਣ ਮਿਲੇ, ਸੱਚ ਦਾ ਕੋਈ ਪ੍ਰੇਮੀ ਮਿਲੇ, ਗੁਰੂ ਕਾ ਪਿਆਰਾ ਮਿਲੇ, ਫਿਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸਮਝ ਆਉਂਦੀ ਹੈ ਕਿ ਆਤਮਾ ਕਰਕੇ ਸੁੱਖ ਕੀ, ਜਿਹੜੀ ਅਸੀਂ ਸੁੱਖ ਮੰਨੀ ਬੈਠੇ ਸੀ ਉਹ ਸਰੀਰ ਕਰਕੇ ਸੀਗੇ। ਹਰ ਕਾ ਨਾਮ ਮਨ ਵਸਾਏ। ਫਿਰ ਜਦੋਂ ਉਹਨੂੰ ਵਿਚਾਰਦੇ ਸੁਣਦੇ ਹਾਂ, ਫਿਰ ਸਾਡੇ ਅੰਦਰ ਮਨ 'ਚ ਵੱਸਦਾ ਵਾ, ਫਿਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ। ਨਾਨਕ ਨਦਰ ਕਰੇ ਸੋ ਪਾਵੇ। ਜੀ ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਕੀਨਾ ਤੇ ਹੁੰਦੀ ਹੈ, ਜਿਹੜੇ ਗੁਰੂ ਕੇ ਭਾਣੇ 'ਚ ਰਹਿੰਦੇ ਨੇ। ਤੇਰਾ ਭਾਣਾ ਮਿੱਠਾ ਲਾਗੇ, ਨਾਮ ਪਦਾਰਥ ਨਾਨਕ ਮੰਗੇ। ਫੇਰ ਹੀ ਹੁਕਮ 'ਚ ਲਾਇਆ ਹੋਵਾਂਗੇ ਅਸੀਂ, ਫੇਰ ਹੀ ਹੁਕਮ ਦਾ ਦਰਸ਼ਨ ਹੋਊ ਜਦੋਂ ਭਾਣਾ ਚੰਗਾ ਲੱਗੂਗਾ। ਨਦਰ ਕਰੇ ਸੋ ਪਾਏ, ਆਸ ਅੰਦੇਸੇ ਤਹਿਨੇ ਕੇਵਲ, ਹਉਮੈ ਸਭ ਜਲਾਵੇ। ਜਿਹੜੀ ਇੱਛਾ ਪੈਦਾ ਹੁੰਦੀਆਂ ਨੇ, ਇਹ 'ਚੋਂ ਚਿੰਤਾ ਪੈਦਾ ਹੁੰਦੀ, ਅੰਦੇਸੇ ਹੁੰਦੇ ਆ। ਇਹ ਨੇ ਤੋਂ ਮੁਕਤ ਹੋਣਾ, ਕੇਵਲ ਰਾਮ ਦੀ ਆਸ ਰੱਖਣੀ, ਆਪਦੇ ਮੂਲ 'ਚ ਲੈ ਆਉਣ ਦੀ, ਇਹ ਭਗਤੀ ਹੈ ਭਾਈ। ਸ਼ਬਦ ਦੀ ਭਗਤੀ ਹੈ। ਇਹਨੂੰ ਵਿਚਾਰਨਾ, ਫਿਰ ਸਰਗੁਣ ਸ਼ਬਦ ਰੂਪ ਸਤਿਗੁਰੂ ਦਾ ਦਰਸ਼ਨ ਕਰਨਾ, ਫਿਰ ਅੱਗੇ ਨਾਮ ਦਾ ਦਰਸ਼ਨ ਹੈ। ਆਓ ਸਾਰੇ ਮਿਲ ਕੇ ਉਹਨੂੰ ਵਿਚਾਰਦੇ ਰਹੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਜੋ ਗੁਰੂ ਭਗਤ ਸਾਹਿਬਾਨ ਸਾਨੂੰ ਸਮਝਾ ਰਹੇ ਨੇ, ਉਹ ਤੋਂ ਅਸੀਂ ਹਟ ਕੇ ਗੁਰੂ ਭਗਤਾਂ ਦੇ ਦਰਸਾਰਾਂ 'ਤੇ ਚੱਲੀਏ, ਫਿਰ ਸਾਨੂੰ ਇਹ ਪ੍ਰਾਪਤੀ ਹੋਣੀ ਹੈ। ਨਦੀਆਂ ਪਵੇ ਸਮੁੰਦਰ ਨਾ ਜਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।